वालेकुम। मैं हूं चौधरी लियाकत अली कंबो। चैनल ਤੁਹਾਡਾ अपना जीदार कंबो। आइए ਤੁਹਾਨੂੰ ਅੱਜ अहम शख्सियत नाल मिलाने ਜਿਹੜੇ जनाब सियासी कारकुन ने, मुजाहिद ने और बड़ी जद्दोजहद इन्होंने की है। तो अज असी बड़ी मुश्किल तो इन्हों को टाइम लिया। असी इंशाअल्लाह इन्हों का हुण इंटरव्यू करके तुहानूं फिर दिखावांगे। ये बड़े जोशीले ने, बड़ा गर्म खून ने, सच्चियां ते खरियां गल्लां करते हैं। अस्सलाम वालेकुम जी ज़ुबैर साहब। जी वालेकुम सलाम वरहमतुल्लाह। सर जी तुसी अपना अज तुहानूं सानूं थोड़ा जिहा टाइम दिता है तो ये तुसी अपना सियासी जिहड़ा ना कैरियर किस तरह उसका आगाज़ किया, किस तरह तुहानूं इहदा शौक पैदा होया, ये तुसी हुण सानूं दसो कि किस तरह तुसी शुरू किया। बिस्मिल्लाहिर्रहमानिर्रहीम। जनाब लियाकत अली कंबो साहब बहुत बहुत शुक्रिया। जनाब सामीन बड़ा शुक्रिया तुहाडा भी। जैसा कि तुसी जानते हो, पहचानते हो कि राणा ज़ुबैर मांगट मेरा नाम है जी। ठीक है। सियासत जिहड़ी है वो इंज ही साडे कोल आई है जिवें किसी नूं घुट्टे 'च कोई शै लभ जांदी है, इस तरह ठीक है जी। सो सियासत नाल ते बड़ा ही समझो कि जन्म दिन तो लैके तलक है। बाकी ये कि तुहाडे सामने वर्किंग मुख्तलिफ जमातां 'च वर्किंग कीती है। ठीक है। और इत्थों तक जिहड़ा असी आ गए हैं ते तकरीबन मैं वेख रहा कि 75 सालों तो मांगड़ दे विच वो भी टाइम सी कि साडे महाजरीन दे अगर मतलब टोटल 8 सन ते विचों 5 कौंसलर 4 कौंसलर साडे हुंदे सही सन। कह रहे, सही कह रहे। ठीक है जी। ते इस टाइम जिहड़ी मौजूदा पोजीशन है इहदे विच असीं सिर्फ जिहड़ा ना तकरीबन 1 कौंसलर नाल असीं लीड कर रहे हैं। ठीक है। ठीक है जी। सो साडी जिहड़ी सियासत दा इत्थे जिहड़ा रिहा वे मतलब सियासी बैकग्राउंड या सियासी तुसीं कह लो थोड़े खड़े हो जाओ। हाँ, ਉਹਦੇ ਵਿੱਚ ਸਿਆਸੀ ਸਾਡੀ ਜਿਹੜੀ ਹਿਸਟਰੀ ਰਹੀ ਹੈ। ठीक है। ਉਹਦੇ ਵਿੱਚ ਅਸੀਂ ਮਤਲਬ ਕਿ ਧੜੇ ਪਾਰਟੀ ਨਾਲ ਸਿਆਸਤ ਕਰ ਰਹੇ ਹਾਂ। ਠੀਕ ਹੈ ਜੀ। ਹਰ ਜਗ੍ਹਾ ਤੇ ਧੜੇ ਪਾਰਟੀ ਨਾਲ ਸਿਆਸਤ ਹੋ ਰਹੀ ਹੈ। इंजी ਠੀਕ ਹੈ ਜੀ। ਲੇਕਿਨ ਇਸ ਧੜੇ ਪਾਰਟੀ ਨੇ ਸਾਨੂੰ ਸਾਡੇ ਮਹਾਜਰੀਨ ਨੂੰ ਕੀ ਦਿੱਤਾ? सही। ਠੀਕ ਹੈ। ਕਿਆ ਸਾਡੇ ਜਿਹੜੇ ਬੇਰੁਜ਼ਗਾਰ ਲੋਕ ਜਿਹੜੇ ਨੇ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ? या साडे मसले के काम नहीं होंदे। अगर अस मुखालफ पार्टी बन जाती है सानू कोई मुफाद नहीं। महाजर ਜਿਹੜੇ ਨੇ ਸਾਨੂੰ ਉਸ ਤੇ ਨਹੀਂ ਉਹ ਲਿਆ ਜਾਂਦਾ। ਉਹ ਬਣ ਬਣਾ ਕੇ ਵੀ ਸਾਡੇ ਕੋਲੋਂ ਹਰ ਸ਼ੈ ਜਨਾਬ ਸਾਡੇ ਕੋਲੋਂ ਕਰਵਾ ਲੈਂਦੇ ਨੇ ਮੁਖਾਲਫ ਜਿਹੜੇ ਨੇ। ਤੇ ਫਿਰ ਉਹ ਜਨਾਬ ਸਾਨੂੰ ਸਾਡਾ ਇੱਕ ਮਸਲਾ ਹੋਰ ਹੈ। ਸਾਡਾ ਸਲੂਕ ਇਤਫਾਕ ਵੀ ਮਹਾਜਰਾਂ ਦਾ ਬਹੁਤ ਜ਼ਿਆਦਾ ਹੈ। ਸਾਡੇ ਵੋਟ ਵੀ ਮੈਂ ਸਮਝਦਾ ਵੀ ਤਕਰੀਬਨ 3500 ਵੋਟ ਸਾਡਾ ਮਹਾਜਰਾਂ ਦਾ ਹੈ ਔਰ 2500 ਜਿਹੜਾ ਦੂਸਰਿਆਂ ਦਾ ਬਣਦਾ ਹੈ। ਲੇਕਿਨ ਉਸ ਦੇ ਬਾਵਜੂਦ ਉਹ ਕਰਦੇ ਕੀ ਨੇ ਕਿ ਸਾਨੂੰ ਇੱਕ ਇੱਕ ਨੂੰ ਕਰਕੇ ਜਿਹੜਾ ਨਾ ਜੀ ਤੋੜਾ ਤਾੜੀ ਕਰਦੇ ਨੇ। ਇਹਦੇ ਤੁਸੀਂ ਕੀ ਉਹ ਕਰੋਗੇ? ਇਸਤੇਮਾਲ ਕਰਦੇ ਨੇ। ਕੀ ਇਸਤੇਮਾਲ ਕਰਦੇ ਤੁਸੀਂ? ਜੀ ਜੀ। ਜੈਸਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਂਗੜ ਦੀ ਸਿਆਸਤ ਦੇ ਵਿੱਚ ਇੱਕ ਹੀ ਨਾਮ ਹੈ। ਮੈਂ ਤੇ ਇਹ ਸਮਝਣਾ ਕਿ ਦੂਸਰਾ ਨਾਮ ਅਜੇ ਮੈਨੂੰ ਨਜ਼ਰ ਨਹੀਂ ਆਉਂਦਾ ਪੂਰੇ ਮਾਂਗੜ ਵਿੱਚ। ਅਗਰ ਮੈਂ 75 ਸਾਲਾਂ ਦੀ ਹਿਸਟਰੀ ਨੂੰ ਬਿਆਨ ਕਰਾਂ, ਠੀਕ ਹੈ, ਅਹਿਮਦ ਫਰਾਜ਼ ਮਾਂਗੜ। ਠੀਕ ਹੈ ਜੀ। ਅਹਿਮਦ ਫਰਾਜ਼ ਮਾਂਗੜ ਨੇ ਆਪਣੇ ਮਾਂਗੜ ਨੂੰ ਔਰ ਆਪਣੇ ਨਾਮ ਨੂੰ ਪੂਰੇ ਪੰਜਾਬ ਦੀ ਹੱਦ ਤੱਕ ਫੈਲਾਇਆ। ਠੀਕ ਹੈ ਜੀ। ਔਰ ਅਗਰ ਮਜ਼ਹਬੀ ਲਿਹਾਜ਼ ਨਾਲ ਵੇਖਿਆ ਜਾਏ ਤੇ ਸਾਹਿਬਜ਼ਾਦਾ ਅਬਦੁਲ ਜਲੀਲ ਰਹਿਮਤੁल्लाह अलैह ਦੀ ਖਿਦਮਤ ਜਿਹੜੀਆਂ ਨੇ ਉਹ ਮਾਸ਼ਾਅੱਲਾ ਬਹੁਤ ਅੱਛੀਆਂ ਨੇ। ਠੀਕ ਹੈ ਜੀ। ਲੇਕਿਨ ਸਿਆਸਤ ਦੀ ਗੱਲ ਚੂੰਕਿ ਅਸੀਂ ਕਰ ਰਹੇ ਹਾਂ ਤੇ ਸਿਆਸਤ ਦੇ ਵਿੱਚ ਤੇ ਸਿਰਫ ਅਹਿਮਦ ਫਰਾਜ਼ ਮਾਂਗੜ ਹੀ ਇੱਕ ਸਿਤਾਰਾ ਹੋਇਆ ਹੈ ਕਿ ਜਿਹਨੇ ਮਾਂਗੜ ਨੂੰ ਪੰਜਾਬ ਤੱਕ ਪਾਕਿਸਤਾਨ ਮਾਂਗੜ ਨੂੰ ਪੂਰੇ ਪਾਕਿਸਤਾਨ 'ਚ ਤਾਰਫ ਕਰਾ ਦਿੱਤਾ ਹੈ ਕਿ ਮਾਂਗੜ ਵੀ ਕੋਈ ਹੈ ਜੀ। ਠੀਕ ਹੈ ਜੀ। ਸੋ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਮਾਂਗੜ ਦੀ ਧਰਤੀ ਨੂੰ ਇੱਥੋਂ ਜਿਹੜਾ ਨਾ, ਕਿਉਂਕਿ ਨਾ ਤੇ ਇੱਥੇ ਟੈਲੈਂਟ ਦੀ ਕਮੀ ਹੈ, ਨਾ ਇੱਥੇ ਤਾਲੀਮ ਦੀ ਕਮੀ ਹੈ, ਨਾ ਇੱਥੇ ਕੋਈ ਪੈਸੇ ਦੀ ਕਮੀ ਹੈ, ਸਾਰੇ ਵਸਾਇਲ ਦੇ ਹੁੰਦਿਆਂ ਅਗਰ ਮਾਂਗੜ ਜਿਹੜਾ ਉਹ ਪਿੱਛੇ ਜਾ ਰਿਹਾ ਡਿਸਟ੍ਰਿਕਟ ਸਿਆਸਤ ਦੇ ਵਿੱਚ। ਇਹ ਛੋਟੇ ਛੋਟੇ ਪਿੰਡ ਨੇ, ਇਹ ਭਿੱਖੀ ਸ਼ਰੀਫ ਹੋ ਗਿਆ, ਸਿਆਦਾ ਸ਼ਰੀਫ ਹੋ ਗਿਆ, ਰਾਇਕਾ ਹੋ ਗਿਆ, ਠੀਕ ਹੈ ਜੀ, ਛੀਮੋ ਹੋ ਗਿਆ। ਠੀਕ ਹੈ ਜੀ। ਛੋਟੇ ਛੋਟੇ ਪਿੰਡਾਂ ਦੇ ਬੰਦੇ ਜਿਹੜਾ ਕਿ ਮਾਂਗੜ ਦਾ ਇੱਕ ਮੁਹੱਲਾ ਵੀ ਨਹੀਂ ਬਣਦੇ, ਉਹ ਐਸੇ ਪਿੰਡਾਂ ਦੇ ਜਨਾਬ MNA ਆ ਰਹੇ ਨੇ, MPAs ਆ ਰਹੇ ਨੇ। ਤੇ ਕਿਆ ਮਾਂਗੜ ਦੇ ਵਿੱਚ ਕਿਆ ਨਾਮ ਐਸੇ ਲੋਕ ਮੌਜੂਦ ਨਹੀਂ ਹਨ ਕਿ ਜਿਹੜੇ ਮਾਂਗੜ ਨੂੰ ਲੈ ਕੇ ਅੱਗੇ ਚੱਲਣ, ਜਿਹੜਾ ਮਾਂਗੜ ਨੂੰ ਜਿਸ ਤਰ੍ਹਾਂ ਅਹਿਮਦ ਫਰਾਜ਼ ਮਾਂਗੜ ਸਾਹਿਬ ਨੇ ਆਪਣੀ ਸਿਆਸੀ ਖਿਦਮਤ ਦਿੱਤੀਆਂ ਨੇ, ਮਾਂਗੜ ਨੂੰ ਅੱਗੇ ਲੈ ਕੇ ਜ਼ੁਬੈਰ ਸਾਹਿਬ ਇੱਕ ਗੱਲ ਤੁਹਾਡੀ ਮੈਂ ਟੋਕ ਰਿਹਾ, ਇੱਕ ਚੀਜ਼ ਹੋਰ ਵੀ ਹੈ ਨਾ। ਅਸੀਂ ਵੋਟ ਵੀ ਮੈਂ ਸਮਝਣਾ ਮਹਾਜਰ ਜਿਤਨੇ ਵੀ ਨੇ ਲਾਈਨਾਂ 'ਚ ਲੱਗ ਕੇ ਵੋਟ ਦੇ ਰਹੇ ਨੇ, ਆਪਣੇ ਆਪਣੇ ਬੰਦਿਆਂ ਨੂੰ ਦੂਰੋਂ ਬੁਲਾ ਰਹੇ ਨੇ, ਲਾਈਨ 'ਚ ਲੱਗ ਕੇ ਵੋਟ ਦੇ ਰਹੇ ਨੇ। ਲੇਕਿਨ ਜਿਹੜੇ ਮੁਖਾਲਫ ਨੇ ਦੂਸਰੇ ਉਹ ਤਾਂ ਸਭ ਬੰਦੇ ਬਾਹਰ ਨੇ, ਉਹਨਾਂ ਨੂੰ ਇਸ ਚੀਜ਼ ਨਾਲ ਇਤਨੀ ਦਿਲਚਸਪੀ ਕੋਈ ਨਹੀਂ ਹੁੰਦੀ। ਲੇਕਿਨ MNA MPA ਇਹ ਬਣ ਬਣਾ ਕੇ
ਮਹਾਜਰ ਦਾ ਕਿਸੇ ਦਾ ਕੰਮ ਕਰਕੇ ਰਾਜ਼ੀ ਨਹੀਂ ਹੈ। ਮੈਂ ਇਸ ਚੀਜ਼ ਤੇ ਤੁਹਾਨੂੰ ਕਹਿਣਾ ਵੀ ਰੋਸ਼ਨੀ ਇਸ ਚੀਜ਼ ਤੇ ਪਾਓ ਜੀ ਜ਼ਰੂਰ, ਕਿਉਂ ਨਹੀਂ। ਇਹ ਇਸ ਤੇ ਰੋਸ਼ਨੀ ਬੇਸਿਕਲੀ ਜਿਹੜੇ ਇਹ ਲੋਕ ਨੇ ਨਾ ਜੀ, ਇਹ ਪੜ੍ਹੇ ਲਿਖੇ ਜਾਹਿਲ ਨੇ, ਠੀਕ ਹੈ। ਇਹ ਸਮਝਦੇ ਨੇ ਕਿ ਸਾਡੇ 4 ਕਿੱਲੇ ਨੇ, ਸਾਡੇ ਕੋਲ 4 ਗੱਡੀਆਂ ਖੜੀਆਂ ਨੇ, 4 ਕੰਮੀ ਨੇ ਸੌਰੀ ਸਾਡੇ। ਕਿੱਲੇ ਨੇ ਉਹਨਾਂ ਦੇ, ਅਸੀਂ ਕੋਈ ਉਹਨਾਂ ਦੇ ਘਰੋਂ ਦਾਣੇ ਲੈਣ ਜਾਂਦੇ ਸਰ ਮੈਂ ਉੱਧਰ ਹੀ ਸਾਨੂੰ, ਅਸੀਂ ਕੋਈ ਉਹਨਾਂ ਦੇ ਕੋਈ ਮੁਹਤਾਜ, ਅਸੀਂ ਕੋਈ ਦੁੱਧ ਲੈਣ ਜਾਂਦੇ ਉਹਨਾਂ ਦੇ ਘਰੋਂ, ਅਸੀਂ ਕੋਈ ਰੋਟੀ ਲੈਣ ਜਾਂਦੇ ਉਹਨਾਂ ਦੇ ਘਰੋਂ। ਯਾਰ ਅਸੀਂ ਆਪਣੀ ਮਜ਼ਦੂਰੀ ਕਰਨੇ ਆ, ਅਸੀਂ ਆਪਣਾ ਕਰਨੇ ਆ। ਮੈਂ ਮਹਾਜਰ ਪੂਰੀ ਦੁਨੀਆ 'ਚ, ਹਿੰਦੁਸਤਾਨ 'ਚ ਵੀ ਜਿਤਨੇ ਨੇ, ਮੈਂ ਉਹਨਾਂ ਨੂੰ ਸਲਾਮ ਕਰਨਾ। ਵਾਹ ਜੀ ਵਾਹ, ਮੈਂ ਉਹਨਾਂ ਦਾ ਖਾਦਮ ਆ। ਵਾਹ ਜੀ ਵਾਹ, ਚੌਧਰੀ ਲਿਆਕਤ ਜ਼ਿੰਦਾਬਾਦ। ਇਸ ਦੇ ਉੱਤੇ ਤੁਸੀਂ ਰੋਸ਼ਨੀ ਪਾਓ ਕਿ ਸਾਡਾ ਕਿਉਂ ਨਹੀਂ ਕੰਮ ਹੁੰਦਾ। ਕਾਰਗਰਦਗੀ ਸਾਡੀ ਸਭ ਤੋਂ ਜ਼ਿਆਦਾ ਹੈ, ਸਾਡੇ ਕੰਮ ਕਿਉਂ ਨਹੀਂ ਹੁੰਦੇ। ਮੰਗਟ ਸਾਹਿਬ, ਮੈਂ ਤੁਹਾਡੇ ਜਜ਼ਬਾਤ ਦੀ ਕਦਰ ਕਰਨਾ। ਇਹਦੀ ਵਜ੍ਹਾ ਇਹ ਹੈ ਨਾ ਕਿ ਸਾਡੀ ਕਮਜ਼ੋਰੀ ਹੈ ਕਿ ਸਾਡੇ ਵਿੱਚ ਐਸਾ ਕੋਈ ਬੰਦਾ ਨਹੀਂ ਜਿਹੜਾ ਸਾਨੂੰ ਲੀਡ ਕਰੇ, ਜਿਹੜਾ ਸਾਡੀ ਰਹਿਬਰੀ ਕਰੇ, ਰਹਿਨਮਾਈ ਕਰੇ, ਔਰ ਜਿਹੜੇ ਪਿੱਛੇ ਸਾਡੇ ਲੋਕ ਨੇ ਉਹ ਮੁਕੰਮਲ ਉਹਦੀ ਸਪੋਰਟ ਕਰਨ, ਤਾਂ ਕਿ ਤੁਹਾਡਾ ਮਹਾਜਰੀਨ ਦਾ ਔਰ ਮੰਗਟ ਦਾ ਨਾਮ ਜਿਹੜਾ ਰੋਸ਼ਨ ਹੋ ਸਕੇ, ਜਿਸ ਤਰ੍ਹਾਂ ਕਿ ਅਹਿਮਦ ਫਰਾਜ਼ ਮੰਗਟ ਨੇ ਕੀਤਾ। ਸੋ ਇਹਨਾਂ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਕਿ ਦੇਖੋ, ਅਸੀਂ ਜਿਸਲੇ ਸ਼ਹਿਰ ਤੋਂ ਬਾਹਰ ਜਾਂਦੇ ਆ, ਡਿਸਟ੍ਰਿਕਟ ਤੋਂ ਬਾਹਰ ਜਾਂਦੇ ਆ, ਸਾਨੂੰ ਬੜੇ ਕਦਰ ਦੀ ਨਿਗਾਹ ਨਾਲ ਬੰਦੇ ਵੇਖਦੇ ਨੇ ਕਿ ਅਹਿਮਦ ਫਰਾਜ਼ ਦੇ ਪਿੰਡ ਦੇ ਬੰਦੇ ਨੇ, ਹਾਂਜੀ। ਸਾਨੂੰ ਬੜੇ ਪਿਆਰ ਨਾਲ ਵੇਖਦੇ ਨੇ, ਬੜੇ ਪਿਆਰ ਨਾਲ ਮਿਲਦੇ ਨੇ। ਇੱਕ ਲਹਿਜਾ ਉਹਨਾਂ ਦਾ ਪਿਆਰ ਨਾਲ ਸਾਨੂੰ ਇਸਤੇਮਾਲ ਕਰਦੇ ਨੇ ਕਿ ਆਓ ਜੀ ਤੁਸੀਂ ਅਹਿਮਦ ਫਰਾਜ਼ ਦੇ ਪਿੰਡ ਤੋਂ ਆਏ ਹੋ, ਆਓ ਜੀ ਇੱਥੇ ਬੈਠੋ ਜੀ, ਮੱਲੇ ਚੁੱਕ ਕੇ ਸਾਨੂੰ ਚੁੰਮ ਕੇ ਉਹ ਬਿਠਾਉਂਦੇ ਨੇ। ਤੇ ਯਾਰ ਇਹ ਹੁਣ ਜਿਹੜੀ ਇਹ ਕਾਰਗਰਦਗੀ ਉਹਨਾਂ ਦੇ ਜਾਣੇ ਤੋਂ ਬਾਅਦ ਚੱਲੀ ਏ, ਹੁਣ ਇਹ ਜਿਹੜੀ ਲੱਸੀ ਬਣੀ ਹੈ, ਰਿੜਕੀ ਜਾ ਰਹੀ ਹੈ, ਇਹ ਸਾਨੂੰ ਵੀ ਥੋੜਾ ਜਿਹਾ ਆਪਣੇ ਆਪ ਤੇ ਉਹ ਹੋਣਾ ਚਾਹੀਦਾ ਹੈ। ਮੈਂ ਕਈ ਦਫਾ ਇਹ ਗੱਲ ਕਹਿ ਚੁੱਕਿਆ ਕਿ ਸਾਡਾ ਜਿਹੜਾ ਦਾਰਾ ਜ਼ੁਬੈਰ ਸਾਹਿਬ, ਸਾਡੇ ਦਾਰੇ ਵਰਗਾ ਤੇ ਦਾਰਾ ਹੀ ਪੂਰੇ ਜ਼ਿਲ੍ਹੇ 'ਚ ਕੋਈ ਨਹੀਂ ਹੈ, ਪਾਕਿਸਤਾਨ 'ਚ ਨਹੀਂ ਹੈ, ਪੂਰੇ ਪਾਕਿਸਤਾਨ 'ਚ ਨਹੀਂ ਹੈ। ਸਾਡਾ ਅਗਰ ਇਤਫਾਕ ਹੋਵੇ, ਉੱਥੇ ਬੈਠ ਕੇ ਅਸੀਂ ਮੁਖਾਲਫਤ ਨੂੰ ਆਪਣੀ ਨੂੰ ਛੱਡ ਕੇ ਸਾਰਾ ਕੁਝ, ਸਾਨੂੰ ਇਹ ਦੇਖਣਾ ਚਾਹੀਦਾ ਵੀ ਸਾਨੂੰ ਇੱਕ ਮੁੱਠੀ ਹੋਣਾ ਚਾਹੀਦਾ, ਮੁਨਾਫਕਤ ਨਹੀਂ ਹੋਣੀ ਚਾਹੀਦੀ, ਜਿਸ ਦੇ ਵਿੱਚ ਮੁਨਾਫਕਤ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਰਹੇ, ਅਸੀਂ ਅੱਜ ਤੱਕ ਥੱਲੇ ਜਾ ਰਹੇ ਹਾਂ। ਲੇਕਿਨ ਉਹ ਇਸ ਚੀਜ਼ 'ਚ ਕਾਮਯਾਬ ਜਾ ਰਹੇ ਨੇ ਕਿ ਜਨਾਬ ਸਾਡਾ ਇੱਕ ਬੰਦਾ ਖਲੋ ਜਾਂਦਾ ਤੇ ਉਹ ਜਨਾਬ ਅਸੀਂ ਆਨੇ ਆ ਵੀ ਇਹ ਸਾਰਿਆਂ ਤੋਂ ਪਹਿਲੇ ਨੰਬਰ ਤੇ ਆਏਗਾ, ਲੇਕਿਨ ਉਹ ਫਿਰ ਵੀ ਦੂਸਰਾ ਤੀਸਰਾ ਨੰਬਰ ਚਲਾ ਜਾਂਦਾ ਹੈ ਜੀ। ਉਹ ਕਾਰਗਰਦਗੀ ਉਹ ਆਪਣੀ ਉਹ ਤੋੜ ਕੇ ਫਿਰ ਵੀ ਇੱਕ ਦੂਸਰੇ ਦੇ ਤੋੜ ਭੰਨ ਚ ਲੱਗਣ। ਇਹਦੇ ਉੱਤੇ ਤੁਸੀਂ ਰੋਸ਼ਨੀ ਪਾਓ। ਜੀ ਮੰਗਟ ਸਾਹਿਬ, ਮੈਂ ਇਨਸ਼ਾਅੱਲਾ ਤੁਹਾਡੇ ਜਜ਼ਬਾਤ ਦੀ ਕਦਰ ਕਰਨਾ, ਔਰ ਇਸ ਤਰ੍ਹਾਂ ਦੇ ਹਜ਼ਾਰਾਂ ਸਾਡੇ ਲੋਕ ਨੇ ਇੱਥੇ ਜਿਹੜੇ ਕਿ ਉਹ ਚਾਹੁੰਦੇ ਨੇ ਕਿ ਕੋਈ ਬੰਦਾ ਸਾਨੂੰ ਲੀਡ ਕਰਨ ਵਾਲਾ ਮਿਲੇ। ਸੋ ਇਨਸ਼ਾਅੱਲਾ ਤਾਲਾ ਭਾਈ ਫੁਰਕਾਨ ਅਸਲਮ ਸਾਹਿਬ ਨੇ, ਉਹਨਾਂ ਦੀ ਮਸ਼ਾਵਰਤ ਨਾਲ ਸਾਡਾ ਧੜਾ ਪਾਰਟੀ ਨੇ, ਚੌਧਰੀ ਇਤਸ਼ਾਮ ਫਰਾਜ਼ ਮੰਗਟ ਸਾਹਿਬ, ਸੋ ਅਸੀਂ ਇਨਸ਼ਾਅੱਲਾ ਤਾਲਾ ਅਹਿਮਦ ਫਰਾਜ਼ ਸਾਹਿਬ ਮੰਗਟ ਸਾਹਿਬ ਦੇ ਵਿਜ਼ਨ ਨੂੰ ਲੈ ਕੇ ਅੱਗੇ ਚੱਲਾਂਗੇ। ਔਰ ਇਨਸ਼ਾਅੱਲਾ ਸਾਡਾ ਜਿਹੜਾ ਨਾ ਮੁਤਫਿਕਾ ਐਲਾਨ ਹੈ ਕਿ ਇਨਸ਼ਾਅੱਲਾ ਚੇਅਰਮੈਨੀ ਦੀ ਜਿਹੜੀ ਸੀਟ ਹੈ ਉਹਦੇ ਤੇ ਇਨਸ਼ਾਅੱਲਾ ਮੈਂ ਇਸ ਦਫਾ ਦਰਖਾਸਤ ਦਿਆਂਗਾ। ਰਾਣਾ ਜ਼ੁਬੈਰ ਮੰਗਟ ਇਨਸ਼ਾਅੱਲਾ ਇਸ ਦਫਾ ਮੁਤਫਿਕਾ ਚੇਅਰਮੈਨ ਹੋਏਗਾ। ਇਨਸ਼ਾਅੱਲਾ ਸਾਡੀ ਧੜਾ ਪਾਰਟੀ ਵੱਲੋਂ ਅਸੀਂ ਐਲਾਨ ਕਰ ਰਹੇ ਹਾਂ। ਲੋ ਜਨਾਬ, ਇਸ ਦੇ ਨਾਲ ਹੀ ਹੁਣ ਟਾਈਮ ਬਹੁਤ ਘੱਟ ਹੈ ਸਾਡੇ ਕੋਲ। ਅਸੀਂ ਰਾਣਾ ਜ਼ੁਬੈਰ ਸਾਹਿਬ ਦਾ ਸ਼ੁਕਰੀਆ ਅਦਾ ਕਰਨੇ ਆ, ਇਹਨਾਂ ਨੇ ਸਾਨੂੰ ਆਪਣਾ ਬੜਾ ਕੀਮਤੀ ਟਾਈਮ ਦਿੱਤਾ ਹੈ। ਔਰ ਜਨਾਬ ਜੀਦਾਰ ਕੰਬੋ, ਇਹਨੂੰ ਲਿੰਕ ਕਰੋ, ਸਬਸਕ੍ਰਾਈਬ ਕਰੋ, ਪਿਆਰ ਨਾਲ ਵੇਖੋ, ਇੰਜੋਏ ਕਰੋ। ਇਹ ਸਿਰਫ ਪੰਜਾਬੀ ਪ੍ਰੋਗਰਾਮ ਮੈਂ ਇਸ ਵਾਸਤੇ ਬਣਾਇਆ ਹੈ, ਇਹਨੂੰ ਇੰਜੋਏ ਕਰੋ। ਹਰ ਕਿਸਮ ਦੀ ਇਹਦੇ ਉੱਤੇ ਸਟੋਰੀ ਸਾਰਾ ਕੋਈ ਖੁੱਲੇ ਚੱਲੇਗੀ, ਸਰੇਆਮ ਚੱਲੇਗੀ, ਕੋਈ ਮਸਲਾ ਹੀ ਨਹੀਂ ਹੈ। ਔਰ ਇਸ ਵਾਸਤੇ ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਸਟੋਰੀਆਂ ਇਸ ਦੇ ਉੱਤੇ ਦਿਖਾਵਾਂਗਾ। ਮੈਂ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ। ਜੀਦਾਰ ਕੰਬੋ ਨੂੰ ਇਜਾਜ਼ਤ ਦਿਓ। ਓਕੇ, ਅੱਲਾਹ ਹਾਫਿਜ਼। ਰਾਣਾ ਸਾਹਿਬ ਬੰਦ ਕਰੋ ਫਿਰ ਇੱਥੋਂ, ਬੰਦ ਕਰੋ ਜੀ, ਉਹ ਫਿਰ